ਇਹ ਤਸਵੀਰ ਬਜ਼ੁਰਗ ਜੋਗਿੰਦਰ ਕੌਰ ਦੀ ਹੈ, ਜਿਨ੍ਹਾਂ ਦੀ ਬੀਤੀ 7 ਅਕਤੂਬਰ ਨੂੰ ਅਚਾਨਕ ਮੌਤ ਹੋ ਗਈ ਸੀ। ਪਰ ਮੌਤ ਤੋਂ 2 ਦਿਨ ਬਾਅਦ ਖੁਲਾਸਾ ਹੋਇਆ ਕਿ ਬਜ਼ੁਰਗ ਔਰਤ ਦੀ ਮੌਤ ਕੁਦਰਤੀ ਨਹੀਂ ਬਲਕਿ ਉਸ ਦਾ ਕਤਲ ਕੀਤਾ ਗਿਆ ਸੀ। ਕਤਲ ਦਾ ਇਲਜ਼ਾਮ ਲੱਗਿਆ ਜੋਗਿੰਦਰ ਕੌਰ ਦੀ ਨੂੰਹ ਰਾਜਵੀਰ ਕੌਰ ਤੇ। ਦਰਅਸਲ ਮਾਮਲਾ ਬਟਾਲਾ ਦੇ ਪਿੰਡ ਸੇਖਵਾਂ ਦਾ ਹੈ, ਜਿੱਥੇ ਨੂੰਹ ਰਾਜਵੀਰ ਕੌਰ ਨੇ ਆਪਣੀ ਸੱਸ ਜੋਗਿੰਦਰ ਕੌਰ ਨੂੰ ਨਜਾਇਜ਼ ਸਬੰਧਾਂ ਦੀ ਵਜ੍ਹਾ ਕਾਰਨ ਕਤਲ ਕਰਵਾ ਦਿੱਤਾ। ਇਹ ਖੁਲਾਸਾ ਖੁਦ ਰਾਜਵੀਰ ਦੀ ਵੱਡੀ ਧੀ ਨੇ ਕੀਤਾ, ਜਿਸ ਦੀਆਂ ਅੱਖਾਂ ਸਾਹਮਣੇ ਉਸ ਦੀ ਦਾਦੀ ਨੂੰ ਕਤਲ ਕੀਤਾ ਗਿਆ। ਰਾਜਵੀਰ ਕੌਰ ਦਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈ। ਰਾਜਵੀਰ ਆਪਣੀਆਂ ਧੀਆਂ ਤੇ ਸੱਸ ਨਾਲ ਪਿੰਡ ਵਿੱਚ ਹੀ ਰਹਿੰਦੀ ਸੀ। ਇਸ ਦੌਰਾਨ ਪਿੰਡ ਦੇ ਹੀ ਇੱਕ ਸ਼ਖਸ ਨਾਲ ਉਸ ਦੇ ਨਜਾਇਜ਼ ਸਬੰਧ ਬਣ ਗਏ। ਸੱਸ ਅਕਸਰ ਨੂੰਹ ਨੂੰ ਇਹ ਸਭ ਤੋਂ ਰੋਕਦੀ ਸੀ। ਇਸੇ ਲਈ ਜੋਗਿੰਦਰ ਕੌਰ ਨੂੰ ਰਾਹ ਤੋਂ ਹਟਾਉਣ ਲਈ ਰਾਜਵੀਰ ਨੇ 7 ਅਕਤੂਬਰ ਦੀ ਰਾਤ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਇਸ ਪੂਰੇ ਮਾਮਲੇ ਨੂੰ ਅਚਾਨਕ ਹੋਈ ਮੌਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਮ੍ਰਿਤਕ ਜੋਗਿੰਦਰ ਕੌਰ ਦੇ ਛੋਟੇ ਪੁੱਤ ਨੂੰ ਇਸ ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਉਸਨੇ ਆਪਣੀ ਭਤੀਜੀ ਦੇ ਕੋਲੋਂ ਪੁੱਛ ਪੜਤਾਲ ਕੀਤੀ। ਜਿੱਦਣ ਦਾਦੀ ਜੀ ਦੀ ਡੈਥ ਹੋਈ ਆ ਉਦੋਂ ਰਾਤ ਨੂੰ ਹੀ ਸੁੱਤੇ ਪਏ ਸੀ। ਰਾਤ 1-1:30 ਵਜੇ ਦਾ ਟਾਈਮ ਸੀ ਤੇ ਮੈਨੂੰ ਜਦੋਂ ਉਹਨਾਂ ਨੇ ਗਲ ਦਬਾਇਆ ਹੋਏਗਾ, ਦਾਦੀ ਜੀ ਦੀ ਚੀਕ ਆਈ। ਮੈਂ ਉੱਠ ਕੇ ਕਮਰੇ ਚੋਂ ਬਾਹਰ ਆਈ। ਜਦੋਂ ਮੈਂ ਵੇਖਿਆ ਕਿ ਕੋਈ ਮੰਮਾ ਨੇ ਬਾਹਾਂ ਫੜੀਆਂ ਹੋਈਆਂ ਸੀ ਤੇ ਮੁੰਡਾ ਜਿਹੜਾ ਸੀ ਉਹ ਧੌਣ ਦਬਾ ਰਿਹਾ ਸੀ। ਮੈਂ ਡਰਦੀ ਅੰਦਰ ਹੋ ਗਈ ਕਿ ਇਹਨਾਂ ਨੇ ਮੈਨੂੰ ਵੀ ਮਾਰ ਦੇਣਾ। ਮੈਂ ਬਾਅਦ 'ਚ ਦਰਵਾਜ਼ਾ ਨਹੀਂ ਖੋਲ੍ਹਿਆ। ਬਾਅਦ 'ਚ ਮੈਨੂੰ ਨਹੀਂ ਪਤਾ, ਉਹ ਕਰਕੇ ਚਲੇ ਗਏ। ਫਿਰ ਮੈਨੂੰ ਡਰ ਸੀ ਕਿ ਜੇ ਮੈਂ ਰੌਲਾ ਪਾਇਆ ਇਹਨਾਂ ਨੇ ਮੈਨੂੰ ਮਾਰ ਦੇਣਾ ਵਾ, ਤੇ मैं बाद ही नहीं दसिया। मेरी मम्मा मैंने धमकियाँ देंगे कि जो तू किसी ने दसिया मैं तेनों भी मार देना है। जी, जो हमारी भरजाई थी, इनका जो करैक्टर था वो सही नहीं था पिछले काफ़ी समय से। तो जो मेरे माता जी थे वो उनको इन कामों से रोकते कि ऐसा काम मत करो, इससे परिवार की इज्जत ख़राब होती है, घर की इज्जत ख़राब होती है। वो हमारे माता जी को अपने इस काम में अरोड़ा समझते थे, वो उनको हटाना चाहते थे। तो उन्होंने इसीलिए उनको उनकी ये मतलब ख़त्म कर दिया। ਕਤਲ ਦੀ ਵਾਰਦਾਤ ਦਾ ਖੁਲਾਸਾ ਹੋਣ ਤੋਂ ਬਾਅਦ ਰਾਜਵੀਰ ਕੌਰ ਤੇ ਉਸ ਦਾ ਪ੍ਰੇਮੀ ਫਰਾਰ ਨੇ। ਉੱਥੇ ਹੀ ਪੁਲਿਸ ਨੇ ਦੋਵਾਂ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਭਾਲ ਸ਼ੁਰੂ ਕਰ ਦਿੱਤੀ ਹੈ। मैंने और मेरी मिसेज ने आगे देखा तो मैं एज ए प्रोफेशनल डॉक्टर हूँ, तो मैंने उनकी पल्स चेक की, नब्ज़ चेक करी। जब मैंने उनकी पल्स चेक की तो उनकी बॉडी काफ़ी देर से लगता था कि ठंडी पड़ चुकी थी और वो उनके जो श्वास थे तो वो निकल चुके थे। नेक्स्ट डे हमने अपनी भाभी जी से पूछा कि हमको डाउट है कि उनके साथ कुछ हुआ है, तो उन्होंने हमें कुछ सही तरीके से जवाब नहीं दे पाए। तो फिर हमने जो हमारे ब्रदर की बड़ी बेटी थी उनको साइड पर करके सब कुछ पूछा। तो फिर वो हमारी भतीजी ने हमको बताया कि मम्मी जी ने किसी और के साथ मिलकर उनकी मुलासा किया है। इस रिगार्डिंग हमने FIR नंबर 73/302 के तहत दर्ज की है, जिसकी अगली तफ्तीश जारी है। दोषी अभी हमारे हाथ नहीं आए, जल्दी वो हमारे हाथ लग जाएंगे।